गौरव जी, आप एक दिन पहला भी एक डिबेट की सी और मैं उस दिन थोनू इसे चैनल ते इसे प्लेटफॉर्म ते गल कही सी जिदन जीरा शराब फैक्ट्री ते जी पंजाब दे मुख मंत्री साहब लाइव होए सी, कहंदे सी मैं लीगल ओपीनियन ले ली, मैं वकीलां नाल सलाह मशवरा कर लिया ते जीरा शराब फैक्ट्री असीं बंद करन जा रहे हां, इह नहीं हुण खुलदी। ते ओह जीरा शराब फैक्ट्री कल हाई कोर्ट दे विच साडी पंजाब सरकार कहंदी है कि गलती हो गई, असीं प्रॉपर प्रोसीजर फॉलो नहीं कीता, ਉਹ ਬੰਦ ਕਰਨ ਵਾਲੀ ਨੋਟੀਫਿਕੇਸ਼ਨ ਵਾਪਸ ਲੈ ਲਈ ਤੇ ਜ਼ੀਰਾ ਸ਼ਰਾਬ ਫੈਕਟਰੀ ਖੋਲਤੀ। ਇਹ ਹੈ ਸਾਡੇ ਮੁੱਖ ਮੰਤਰੀ ਦਾ ਬਿਆਨ ਤੇ ਇਹ ਨੇ ਮੁੱਖ ਮੰਤਰੀ ਜਿਹੜੇ ਮਿਸ ਇਨਫਾਰਮਡ ਨੇ, ਜਿਹੜੇ ਕਿ ਬਿਨਾਂ ਸਲਾਹ ਮਸ਼ਵਰੇ ਤੋਂ ਲਾਈਵ ਹੋ ਕੇ ਗੱਲਾਂ ਕਹਿ ਦਿੰਦੇ ਨੇ। ਔਰ ਇਹ ਕੋਈ ਨਵੀਂ ਗੱਲ ਨਹੀਂ, ਅੱਗੇ ਵੀ ਗੋਲਡੀ ਬਰਾੜ BMW ਪਲਾਂਟ ਬਥੇਰੀ ਵਾਰੀ ਹੋਇਆ, ਇਹ ਕੋਈ ਮੁੱਖ ਮੰਤਰੀ ਨਾਲ ਪਹਿਲੀ ਵਾਰ ਨਹੀਂ ਹੋਈ। ਔਰ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੇ ਇੱਕ ਹੋਰ ਮੰਤਰੀ ਲਾਲਜੀਤ ਭੁੱਲਰ ਸਾਹਿਬ ਦੀ। ਉਹ ਆਏ ਸੀ, ਉਹ ਕਹਿੰਦੇ ਜੀ ਲੀਗਲ ਓਪੀਨੀਅਨ ਲੈ ਲਿਆ, ਪੰਜਾਬ ਦੇ ਵਿੱਚ ਬੱਸਾਂ ਨਜਾਇਜ਼ ਚੱਲ ਰਹੀਆਂ ਨੇ, ਦਿੱਲੀ 에ਅਰਪੋਰਟ ਤੇ ਨਹੀਂ ਜਾ ਸਕਦੀ, ਅੱਜ ਤੋਂ ਬਾਅਦ ਬੰਦ। ਹਾਈ ਕੋਰਟ ਨੇ ਕਿਹਾ ਕਿ 1 ਮਿੰਟ ਤੋਂ ਪਹਿਲਾਂ ਚਲਾਓ, ਇਲੀਗਲ ਕੰਮ ਨਾ ਕਰੋ। ਜੇ ਕਿਸੇ ਦਾ ਕੋਈ ਲੈਜੀਟਿਮੇਟ ਕੰਮ ਹੈ ਉਹਨੂੰ ਇਸ ਤਰੀਕੇ ਅਗਰ ਸਰਕਾਰ ਧੱਕਾ ਕਰੂਗੀ ਤਾਂ ਸਰਕਾਰ 1 ਮਿੰਟ 'ਚ ਖੋਲ ਦੇਣੀ, ਸਰਕਾਰ ਦੇ ਖਿਲਾਫ ਐਕਸ਼ਨ ਹੋ ਜੂ। ਉਹ ਬੱਸਾਂ ਅੱਜ ਵੀ ਚੱਲ ਰਹੀਆਂ ਨੇ। ਹੁਣ ਆਪਾਂ ਆ ਜਾਈਏ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਸਾਹਿਬ ਦੇ। ਮੈਂ ਕੁਲਦੀਪ ਧਾਲੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿਸ ਕਪੈਸਿਟੀ ਦੇ ਵਿੱਚ ਕੁਲਦੀਪ ਧਾਲੀਵਾਲ ਸਾਹਿਬ ਨੇ ਇੱਕ ਪ੍ਰਾਪਰਟੀ ਦਾ ਨਾਮ ਲੈਤਾ ਜਿਹੜੀ ਕਿ ਬਿਲਕੁਲ ਲੈਜਿਟਿਮੇਟ ਲੀਗਲ ਪ੍ਰਾਪਰਟੀ ਹੈ, ਤੇ ਕੁਲਦੀਪ ਧਾਲੀਵਾਲ ਕੋਲੇ ਕੀ ਐਸਾ ਡਾਕੂਮੈਂਟ ਹੈ ਜਿਹੜਾ ਦਿਖਾ ਦੇ। ਔਰ ਮੈਂ ਅੱਜ ਬਹੁਤ ਬਾਰ-ਬਾਰ ਗੱਲ ਹੁੰਦੀ ਹੈ ਜੀ ਅਲੀਸ਼ਾਨ ਹੈ, ਲਗਜ਼ੂਰੀਅਸ ਹੈ ਜੀ, ਤੁਸੀਂ ਵੀ ਇੱਕ ਗੱਲ ਜ਼ਿਕਰ ਕੀਤਾ। ਪਹਿਲਾਂ ਤਾਂ ਆਪਾਂ ਇਹ ਗੱਲ ਕਲੀਅਰ ਕਰ ਦਈਏ ਕਿ ਸੁਖ ਵਿਲਾਸ ਇੱਕ ਪ੍ਰਾਪਰਟੀ ਹੈ, ਜਿਸ ਤਰੀਕੇ ਆਪਾਂ ਨਿਊਜ਼ 18 ਦੇ ਦਫ਼ਤਰ 'ਚ ਬੈਠੇ ਆ, ਇੱਕ ਬਿਲਡਿੰਗ ਹੈ, ਠੀਕ ਹੈ, ਉਹ ਇੱਕ ਪ੍ਰਾਪਰਟੀ ਅੱਗੇ ਲੀਜ਼ ਆਊਟ ਕੀਤੀ ਹੈ। ਹੁਣ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਕਿ ਜੀ ਉਹ 5 ਸਟਾਰ ਹੋਟਲ ਹੈ ਜੀ, ਉੱਥੇ ਇੰਨੇ ਦਾ ਕਮਰਾ ਹੈ, ਉਹਨੂੰ ਕੋਈ ਹੋਰ ਵੱਡੀ ਇੱਕ MNC ਚਲਾ ਰਹੀ ਹੈ, ਉਹ ਬਰਾਇਸ ਕਰਕੇ ਬਿਲਡਿੰਗ ਕਿਰਾਏ ਤੇ ਲਈ ਹੋਈ ਹੈ। ਠੀਕ ਹੈ, ਜਿੱਦਾਂ ਨਿਊਜ਼ 18 ਨੇ ਬਿਲਡਿੰਗ ਕਿਰਾਏ ਤੇ ਲਈ ਹੈ। ਹੁਣ ਇਹਦੇ ਅੰਦਰ ਕੀ ਲਾਇਆ, ਕੀ ਨਹੀਂ ਲਾਉਣਾ, ਕੀ ਇਨਫਰਾਸਟ੍ਰਕਚਰ ਹੈ, ਇਹ ਨਿਊਜ਼ 18 ਨੇ ਡਿਸਾਈਡ ਕਰਨਾ, ਬਿਲਡਿੰਗ ਦੇ ਮਾਲਕ ਨੇ ਨਹੀਂ ਕਰਨਾ। ਠੀਕ ਹੈ, ਪਰ ਕੁਲਦੀਪ ਧਾਲੀਵਾਲ ਸਾਹਿਬ ਇਹ ਦੱਸ ਦੇਣ ਕਿ ਜਿਹੜਾ 9000 ਏਕੜ ਦਾ ਜ਼ਿਕਰ ਕਰਦੇ ਨੇ, ਇਹ 9 ਏਕੜ ਵੀ ਦਿਖਾ ਦੇਣ ਨਾ ਜਿਹੜਾ ਸਰਕਾਰੀ ਕਬਜ਼ੇ 'ਚ ਹੋਵੇ। ਇਹ ਗੱਲਾਂ ਡਾਟੇ ਫੱਜ ਕਰਦੇ ਨੇ, ਇਹ ਪਿੰਡਾਂ 'ਚ ਧੱਕੇ ਨਾਲ ਵੜਦੇ ਨੇ, ਇਹ ਰਸੂਖਦਾਰਾਂ ਤੇ ਹੱਥ ਪਾਉਣ ਦੀ ਗੱਲ ਕਰਦੇ ਨੇ। ਮੈਂ ਕੁਲਦੀਪ ਧਾਲੀਵਾਲ ਸਾਹਿਬ ਨੂੰ ਚੈਲੰਜ ਕਰਦਾ ਕਿ ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੇ ਜੱਜ ਰਿਟਾਇਰਡ, ਉਹਨਾਂ ਦੀ ਇੱਕ ਰਿਪੋਰਟ ਪਈ ਹੈ ਜਿਹੜੀ ਦੱਸਦੀ ਹੈ ਕਿ ਸ਼ਿਵਾਲਿਕ ਦੇ ਵਿੱਚ ਕਿੰਨੀ ਇਲੀਗਲ ਪ੍ਰਾਪਰਟੀ ਹੈ, ਕਿਹੜੀ ਫੋਰੈਸਟ ਲੈਂਡ ਹੈ, ਕਿਹਦੇ ਕੋਲੇ ਹੈ। ਜੇ ਹਿੰਮਤ ਹੈ ਤਾਂ ਉਹ ਰਿਪੋਰਟ ਚੱਕ ਲੈਣ, ਜਾ ਕੇ ਕਾਰਵਾਈ ਕਰਕੇ ਦਿਖਾਉਣ। ਇਹ TRP ਐਕਸਰਸਾਈਜ਼ ਕੀ ਕਰਦੇ ਨੇ? ਇਸ ਤੋਂ ਪਹਿਲਾਂ ਆਪਾਂ ਕੀ ਦੇਖਿਆ, ਪਿੰਡਾਂ 'ਚ ਵੜ ਜਾਂਦੇ ਨੇ। ਫਤਿਹਗੜ੍ਹ ਸਾਹਿਬ ਦੇ ਪਿੰਡ 'ਚ ਗਏ, ਛੋਟਾ ਕਿਸਾਨ ਫੜ ਲਿਆ 2 ਏਕੜ ਦਾ, ਉਹਨੂੰ ਤੰਗ ਪਰੇਸ਼ਾਨ ਕੀਤਾ, ਉਹਦੀ ਜ਼ਮੀਨ ਖੋਲੀ। ਪਰ ਜਦੋਂ ਗੱਲ ਆਉਂਦੀ ਹੈ ਲਵਲੀ ਯੂਨੀਵਰਸਿਟੀ ਜਾਣ ਦੀ, ਉੱਥੇ ਚੀਕ ਨਿਕਲ ਜਾਂਦੀ ਹੈ ਸਰਕਾਰ ਦੀ। ਕੀ ਗੱਲ, ਲਵਲੀ ਯੂਨੀਵਰਸਿਟੀ ਕੋਲ ਜਿਹੜੀ ਜ਼ਮੀਨ ਹੈ ਇਲੀਗਲ, ਜਿਹੜੀ ਪੰਚਾਇਤੀ ਜ਼ਮੀਨ ਦੱਬੀ ਹੈ, ਉਹ ਛਡਾਉਣ ਦੀ ਹਿੰਮਤ ਨਹੀਂ ਧਾਲੀਵਾਲ ਸਾਹਿਬ। ਜਦੋਂ ਗੱਲ ਆਉਂਦੀ ਹੈ ਸਿੰਚੇਵਾਲ ਸਾਹਿਬ ਦੀ, ਫੇਰ ਚੀਕ ਨਿਕਲ ਜਾਂਦੀ ਹੈ, ਉੱਥੇ ਆਪਾਂ ਜਾ ਨਹੀਂ ਸਕਦੇ। ਸੋ ਮੇਰੀ ਬੇਨਤੀ ਹੈ ਕਿ ਆਪਾਂ ਬਿਨਾਂ ਪੜ੍ਹਾ ਲਿਖੀ ਤੋਂ, ਬਿਨਾਂ ਇੱਕ ਇਸ਼ੂ ਨੂੰ ਸਮਝੇ ਤੋਂ, ਮੈਂ ਤੁਹਾਡੇ ਬਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂ। ਤੁਸੀਂ ਪਹਿਲਾਂ ਇੱਕ ਕੰਮ ਕਰੋ, ਫਿਰ ਦਿਖਾਓ। ਤੁਸੀਂ ਹਰ ਇੱਕ ਬਿਆਨ ਦਿੰਦੇ ਹੋ, ਕੀ ਹੋ ਗਿਆ ਜੀ, ਡਰੱਗ ਰਿਪੋਰਟਾਂ ਕਹਿੰਦੇ ਸੀ ਖੁੱਲਣਗੀਆਂ, ਖੁੱਲ ਗਈਆਂ, ਕੀ ਨਿਕਲਿਆ? ਮੈਂ ਆਪਾਂ ਜਵਾਬ ਲਈਏ, ਤੁਸੀਂ ਤਫਸੀਲ ਨਾਲ ਆਪਣੀ ਗੱਲ ਰੱਖੀ। ਮੈਂ ਥੋੜਾ ਜਿਹਾ ਤੁਹਾਡੇ ਬਿਆਨ ਨੂੰ, ਕਿਉਂਕਿ ਦਰਸ਼ਕ ਵੀ ਹੋਰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ। ਤੁਸੀਂ ਕਹਿ ਰਹੇ ਹੋ ਕਿ ਬੱਸਾਂ ਨੂੰ ਲੈ ਕੇ ਸਵਾਲ ਚੁੱਕੇ, ਆਰਬਿਟ ਬੱਸਾਂ ਨੂੰ, ਉਹ ਨਹੀਂ ਇਹਨਾਂ ਤੋਂ ਬੰਦ ਹੋਈਆਂ, ਜਾਂ ਜ਼ੀਰਾ ਫੈਕਟਰੀ ਦਾ ਤੁਸੀਂ ਜ਼ਿਕਰ ਕੀਤਾ ਕਿ ਉਹ ਨਹੀਂ ਬੰਦ ਹੋਈ, ਤਾਂ ਸੁਖਵੇਲਾ ਵਾਲੇ ਪਾਸੇ ਤੁਹਾਨੂੰ ਲੱਗਦਾ ਕਿ ਕੋਈ ਬਹੁਤ ਸੋਲਿਡ ਬੇਸ ਜਾਂ ਕੋਈ ਬਿਆਨ ਦੇ ਵਿੱਚ ਆਧਾਰ ਨਜ਼ਰ ਆਉਂਦਾ ਹੈ? ਤੁਸੀਂ ਇਹੀ ਕਹਿਣਾ ਚਾਹੁੰਦੇ ਹੋ? ਇੱਕ ਗੱਲ ਕਹਿਣਾ ਕਿ ਜੇ ਕਿਸੇ ਨੇ ਕੋਈ ਇਲੀਗਲ ਕੰਮ ਕੀਤਾ ਤਾਂ ਸਰਕਾਰ ਕਾਰਵਾਈ ਕਰੇ। ਠੀਕ ਹੈ, ਪਰ ਪਹਿਲਾਂ ਡਾਕੂਮੈਂਟ ਦੇਖ ਲੈਣ ਪ੍ਰੈਸ ਕਾਨਫਰੰਸ ਦੇ ਵਿੱਚ ਬਹਿ ਕੇ, ਕਿਉਂਕਿ ਇੱਕ TRP ਐਕਸਰਸਾਈਜ਼ ਕਰਨੀ ਹੈ। ਵਾਹ 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 ਜੀ, ਕੁਲਦੀਪ ਧਾਲੀਵਾਲ ਦਾ ਬਿਆਨ ਆ ਗਿਆ। ਉਹ ਧਰਤ ਦੇ ਉੱਤੇ ਕੀ ਹੈ, ਜ਼ੀਰਾ ਸ਼ਰਾਬ ਫੈਕਟਰੀ ਤਾਂ ਤੁਹਾਡੀ ਅੱਜ ਵੀ ਚੱਲ ਗਈ। ਤੁਸੀਂ ਹੁਣ ਜਵਾਬ ਲੈ ਲਈਏ, ਤੁਹਾਡਾ ਵੈਲਿਡ ਪੁਆਇੰਟ ਹੈ, ਤੁਹਾਡਾ ਵੈਲਿਡ ਪੁਆਇੰਟ ਹੈ ਕਿ ਬੜਾ ਸੌਖਾ ਹੁੰਦਾ ਹੈ ਕਿ ਕੋਈ ਬਹੁਤ ਵੱਡੀ ਪ੍ਰਾਪਰਟੀ ਆ ਕਿਸੇ ਵੱਡੇ ਨਾਮ ਦੇ ਉੱਤੇ ਸਵਾਲ ਚੁੱਕਣਾ। ਕੰਗ ਸਾਹਿਬ, ਸਿੱਧਾ ਸੁਖਵਿਲਾ ਨੂੰ ਲੈ ਕੇ ਮੰਤਰੀ ਸਾਹਿਬ ਬਿਆਨ ਦੇ ਰਹੇ ਨੇ, ਲੋਕ ਜਾਣਨਾ ਚਾਹੁੰਦੇ ਨੇ ਕਿ ਦੱਸ ਦਿਓ ਸੁਖਵਿਲਾ ਜਿਹੜੀ ਥਾਂ ਦੇ ਉੱਤੇ ਬਣਿਆ, ਕਿ ਉਹ ਸਰਕਾਰੀ ਜ਼ਮੀਨ ਹੈ ਜਾਂ ਉਸ ਦਾ ਕੋਈ ਹਿੱਸਾ ਸਰਕਾਰੀ ਜ਼ਮੀਨ ਹੈ, ਕਿ ਜੇਕਰ ਹੈ ਕਿੰਨੇ ਏਕੜ ਹੈ, ਉਹ ਕਿਹੜੀ ਜ਼ਮੀਨ ਹੈ, ਔਰ ਅੱਗੇ ਤੁਸੀਂ ਕਰਨ ਕੀ ਜਾ ਰਹੇ ਹੋ? ਲੋਕ ਜਾਣਨਾ ਚਾਹੁੰਦੇ ਨੇ ਕਿ ਇਸ ਪੂਰੇ ਬਿਆਨ ਦਾ ਆਧਾਰ ਕੀ ਹੈ। ਗੌਰਵ ਜੀ, ਗੱਲ ਇਹ ਆ ਕਿ ਇੱਕ ਆਮ ਰਿਵਾਇਤ ਰਹੀ ਆ ਪੰਜਾਬ 'ਚ ਜੀ ਕਿ ਇਹ ਸੱਤਾ ਚਾਹਾਂਗੇ ਤੇ ਸਰਕਾਰੀ ਰਿਸੋਰਸ ਤੋਂ ਲੈ ਕੇ, ਬੱਸਾਂ ਦੇ ਪਰਮਿਟ ਤੋਂ ਲੈ ਕੇ, ਰੇਤ ਦੀਆਂ ਖੱਡਾਂ ਤੋਂ ਲੈ ਕੇ ਸਰਕਾਰੀ ਜ਼ਮੀਨਾਂ ਤੱਕ ਕਬਜ਼ੇ ਕਰਾਂਗੇ ਆਪਣੀ ਸੱਤਾ ਦਾ ਦੁਰਵਰਤੋਂ ਕਰਕੇ। ਔਰ ਇਹ ਬੜਾ ਆਮ ਰਿਵਾਇਤ ਸੀ। ਪਿਛਲੇ ਸਾਲ ਜਦੋਂ ਮਾਨ ਸਾਹਿਬ ਦੀ ਸਰਕਾਰ ਹੋਣ ਚ ਆਈ ਔਰ ਉਹਨਾਂ ਨੇ ਸ਼ੁਰੂਆਤ ਕੀਤੀ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ
ਸਰਕਾਰੀ ਜ਼ਮੀਨਾਂ ਜੀ ਫੋਰੈਸਟ ਦੀਆਂ ਜ਼ਮੀਨਾਂ ਹੈ, ਉਹਨਾਂ ਨੂੰ ਜਿਹੜਾ ਆ ਸਰਕਾਰੀ ਖਜ਼ਾਨੇ 'ਚ ਵਾਪਸ ਲਿਆਂਦਾ ਜਾਵੇ। ਸਰਕਾਰੀ ਰਿਕਾਰਡ ਜਿਹੜੇ ਰਸੂਖਦਾਰ ਸੀ ਜਿਨ੍ਹਾਂ ਨੇ ਦੁਰਵਰਤੋਂ ਕੀਤੀ, ਔਰ ਇਸ ਤੇ ਜਸਟਿਸ ਕੁਲਦੀਪ ਸਿੰਘ ਤੋਂ ਲੈ ਕੇ ਕਈ ਰਿਪੋਰਟਸ ਵੀ ਸੀਗੀਆਂ ਜਿਹਦੇ 'ਚ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਇਸ ਤਰ੍ਹਾਂ ਦਿਖਾਈ ਗਈ। ਮੈਂ ਤੁਹਾਨੂੰ ਇੱਕ ਮੋਟਾ ਜਿਹਾ ਆંકੜਾ ਦੇ ਦਿੰਦਾ, ਤਕਰੀਬਨ 2,06,09 ਏਕੜ ਟੋਟਲ ਸ਼ਾਮਲਾਟ ਜ਼ਮੀਨ ਹੈ ਜਿਹੜੀ ਵਾਹੀਯੋਗ ਹੈ ਟੋਟਲ ਪੰਜਾਬ 'ਚ, ਜਿਹਦੇ ਚੋਂ 1,41,000 ਤੇ 48 ਏਕੜ ਜਿਹੜੀ ਆ ਉਹ ਠੇਕੇ ਤੇ ਚੜ੍ਹਦੀ ਹੈ, ਤੇ ਤਕਰੀਬਨ ਨਜਾਇਜ਼ ਕਬਜ਼ੇ ਦੇ ਅਧੀਨ 30,131 ਵਾਹੀਯੋਗ ਜ਼ਮੀਨ ਦੀ ਗੱਲ ਕਰ ਰਿਹਾ ਮੈਂ, ਵਾਹੀਯੋਗ ਜੀ ਔਰ ਵਾਹੀਯੋਗ, ਜਿਹਦੇ ਚੋਂ ਪਿਛਲੇ ਵਾਰ ਮਾਨ ਸਾਹਿਬ ਦੀ ਸਰਕਾਰ ਨੇ ਜਦੋਂ ਮੁਹਿੰਮ ਸ਼ੁਰੂ ਕੀਤੀ ਤੇ 9,030 ਏਕੜ ਜ਼ਮੀਨਾਂ ਇੱਕ ਸਾਲ ਛਡਵਾਈਆਂ। ਆ ਜਦੋਂ ਟਾਈਮ ਚੱਲ ਰਿਹਾ ਹੈ, ਤੁਹਾਨੂੰ ਪਤਾ ਇਹ ਜ਼ਮੀਨਾਂ ਖਾਲੀ ਹੁੰਦੀਆਂ ਵਾਹੀਯੋਗ, ਅਗਲੇ ਸੀਜ਼ਨ ਵਾਸਤੇ ਠੇਕੇ ਤੇ ਚੜ੍ਹਨੀਆਂ ਹੁੰਦੀਆਂ, ਤੇ ਅੱਜ ਮੁੱਖ ਮੰਤਰੀ ਜੀ ਨੇ ਫੇਰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਸਰਕਾਰੀ ਪੰਚਾਇਤੀ ਫੋਰੈਸਟ ਉਹ ਛੱਡ ਦੇਣ, ਵੋਲੰਟਰਲੀ ਛੱਡ ਦੇਣ 31 ਮਈ ਤੱਕ, ਕਿ ਉਸ ਤੋਂ ਬਾਅਦ ਨਹੀਂ ਤੇ ਕਾਨੂੰਨੀ ਕਾਰਵਾਈ ਕਰਨੀ ਪਊਗੀ। ਔਰ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਇਹ ਪਹਿਲੀ ਵਾਰ ਪੰਜਾਬ 'ਚ ਹੋਇਆ ਵੀ ਸਰਕਾਰ ਆਈ ਤੇ ਰਿਸੋਰਸ ਜਿਹੜੇ ਆ ਪੰਜਾਬ ਦੇ ਬਚਾਏ ਜਾ ਰਹੇ ਆ, ਨਹੀਂ ਤੇ ਅਦਰਵਾਈਜ਼ ਸੱਤਾ ਦੀ ਦੁਰਵਰਤੋਂ ਹੀ ਹੁੰਦੀ ਰਹੀ ਆ। ਰਹੀ ਗੱਲ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਜਾਂ ਬਾਕੀ ਥਾਵਾਂ ਤੇ, ਡੈਫੀਨੇਟਲੀ ਇਹਦੇ ਤੇ ਬਹੁਤ ਸਾਰੀ ਬੜੇ ਸਾਰੇ ਤਰ੍ਹਾਂ ਦੇ ਸਵਾਲ ਹੈ ਕਿ ਲੋਕਾਂ ਨੇ ਜਿਸ ਤਰ੍ਹਾਂ 10 ਏਕੜ ਜ਼ਮੀਨ ਲਈ 1 ਨੰਬਰ 'ਚ, 5 ਏਕੜ ਨੇੜੇ ਦੀ, 4 ਏਕੜ 2 ਏਕੜ ਉਹ ਤੇ ਇਲੀਗਲ ਕਬਜ਼ਾ ਕਰ ਲਿਆ। ਔਰ ਇਹ ਸਰਕਾਰ ਦੀ ਜਿਹੜੀ ਮੁਹਿੰਮ ਹੈ ਇਹ ਹਰੇਕ ਥਾਂ ਪਹੁੰਚਣੀ ਹੈ, ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵੀ ਜਾਣੀ ਆ, ਸੁਸ਼ਮਾ ਫਾਰਮ, ਸੁਖਵਾ, ਜਿੱਥੇ ਵੀ ਇਲੀਗਲ ਹੋਊਗਾ, ਜਿੱਥੇ ਵੀ ਇਲੀਗਲ ਹੋਊਗਾ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਊਗੀ। ਔਰ ਪੰਜਾਬ ਦਾ ਜਿਹੜਾ ਠੀਕ ਹੈ, ਤੁਹਾਡੀ ਉਹ ਪੁਆਇੰਟ ਵੈਲਿਡ ਹੈ, ਤੁਹਾਡਾ ਪੁਆਇੰਟ ਵੈਲਿਡ ਹੈ, ਪਰ ਦੇਖੋ ਜਿਹੜੇ ਲੋਕ ਜਾਣਨਾ ਚਾਹੁੰਦੇ ਨੇ ਕਿ ਹੁਣ ਤੱਕ ਤੁਹਾਡੇ ਕੋਲ ਕੋਈ ਉਣਤਾਈਆਂ ਜਾਂ ਕੋਈ ਅਜਿਹਾ ਕੋਈ ਕੇਸ ਫਾਈਲ ਹੱਥ ਲੱਗ ਗਈ ਜਿਸ ਦੇ ਨਾਲ ਪਤਾ ਲੱਗਦਾ ਹੋਵੇ। ਮੈਂ ਸੁਖਵਿਲਾ ਦਾ ਜ਼ਿਕਰ ਨਹੀਂ ਕਰ ਰਿਹਾ, ਮੈਂ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਹੀ ਜ਼ਿਕਰ ਕਰ ਰਿਹਾ ਕਿ ਉਸ ਵਾਲੇ ਚੰਡੀਗੜ੍ਹ ਦੇ ਨੇੜੇ ਦੇ ਇਲਾਕੇ ਤੇ ਬਹੁਤ ਮਹਿੰਗੀ ਜ਼ਮੀਨ ਹੈ ਨਾ, ਇੱਥੇ ਲੋਕਾਂ ਨੂੰ ਪਤਾ ਹੈ ਬਹੁਤ ਚੰਗੀ ਤਰ੍ਹਾਂ ਕਿ ਇਸ ਪੂਰੇ ਇਲਾਕੇ ਦੇ ਵਿੱਚ ਕੋਈ ਜ਼ਮੀਨ, ਕੋਈ ਏਕੜ ਜ਼ਮੀਨ ਹੋਵੇ ਜਿਹੜੀ ਤੁਹਾਡੀ ਨਜ਼ਰ ਚੜ ਗਈ ਹੋਵੇ ਕਿ ਹਾਂ ਇਹ ਨਜਾਇਜ਼ ਕਬਜ਼ਾ ਹੋ ਰੱਖਿਆ। ਨਹੀਂ, ਇੱਕ ਨਹੀਂ ਗਈ, ਬਹੁਤ ਸਾਰੀਆਂ। ਪਿਛਲੇ ਸਾਲ ਵੀ ਦੇਖਿਆ ਹੋਣਾ ਤੁਸੀਂ, ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਰਿਸ਼ਤੇਦਾਰਾਂ ਦੀਆਂ ਜਿਹੜੀ ਜ਼ਮੀਨ, ਜਦੋਂ ਮੁੱਖ ਮੰਤਰੀ ਜੀ ਵੀ ਗਏ ਸੀ, 11 ਏਕੜ ਜ਼ਮੀਨ, ਇੱਕ 13 ਏਕੜ, ਇਸ ਤਰ੍ਹਾਂ ਦੇ ਬੜੇ ਫਾਰਮ ਹਾਊਸ ਬਣੇ ਆ ਜਿੱਥੇ ਕਿਤੇ ਨਾ ਕਿਤੇ ਇਲੀਗਲ ਆਕੂਪੇਸ਼ਨ ਹੈਗੀ ਆ। ਔਰ ਸਰਕਾਰ ਜਿਹੜਾ ਜੋ ਪ੍ਰੋਸੀਜਰਲ ਹੈ, ਜੋ ਪ੍ਰੋਸੀਜਰ ਦੇ ਹਿਸਾਬ ਨਾਲ ਕੰਮ ਕਰ ਰਹੀ ਹੈ, ਸਾਰਿਆਂ ਦੀ ਵਾਰੀ ਆ ਜਾਣੀ। ਲੇਕਿਨ ਇੱਕ ਗੱਲ ਜ਼ਰੂਰ ਕਹਿਦਾ, ਇੱਕ ਗੱਲ ਮੈਂ ਹੁਣ ਸ਼ਾਮ ਨੂੰ ਵੀ ਕਲੈਰੀਫਾਈ ਕੀਤੀ, ਜਿਹੜੇ ਕੋਈ ਬੇਜ਼ਮੀਨੇ ਲੋਕ ਹੈ ਜਿਨ੍ਹਾਂ ਨੇ ਸ਼ਾਮਲਾਟ ਜ਼ਮੀਨ ਤੇ ਘਰ ਬਣਾ ਲਿਆ, ਕੋਈ ਗਰੀਬ ਹੈ, ਕੋਈ ਛੋਟਾ ਮੋਟਾ ਮਕਾਨ ਬਣਾ ਲਿਆ, ਉਹਨਾਂ ਨੂੰ ਨਹੀਂ ਛੇੜਿਆ ਜਾਊਗਾ। ਜਿਨ੍ਹਾਂ ਕੋ ਕੋਈ ਘਰ, ਉਹਨਾਂ ਨੂੰ ਨਹੀਂ ਛੇੜਿਆ ਜਾਊਗਾ। ਸਿਰਫ ਪ੍ਰਭਾਵਸ਼ਾਲੀ, ਰਸੂਖਦਾਰ, ਅਮੀਰ ਲੋਕ ਜਿਨ੍ਹਾਂ ਨੇ ਇਸ ਤਰੀਕੇ ਦਾ ਇਲੀਗਲ ਆਕੂਪੇਸ਼ਨ ਕੀਤੀ ਆ, ਇਹ ਸਾਰਾ ਠੀਕ ਹੈ। ਚਲੋ ਇਹ ਪਰਿਭਾਸ਼ਾ ਵੀ ਤੈਅ ਕਰਨੀ, ਇਹ ਤੁਸੀਂ ਖੁਦ, ਤੁਹਾਨੂੰ ਜਾਂ ਪ੍ਰਸ਼ਾਸਨ ਨੂੰ, ਸਰਕਾਰ ਨੂੰ ਪਰਿਭਾਸ਼ਾ ਤੈਅ ਕਰਨੀ ਹੋਏਗੀ ਕਿ ਕਿਹੜੇ ਰਸੂਖਦਾਰ ਨੇ ਜਾਂ ਫਿਰ ਕਿਹੜੇ ਅਜਿਹੇ ਨੇ ਜਿਹੜੇ ਜਿਨ੍ਹਾਂ ਤੋਂ ਜ਼ਰੂਰੀ ਹੈ ਕਿ ਉਹਨਾਂ ਦੇ ਕੋਲ ਰਹੇ ਜ਼ਮੀਨ, ਕਿ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਾ ਹੋਵੇ। ਮੈਂ ਦੱਸਦਾ ਜਿਹੜੇ ਬੇਜ਼ਮੀਨੇ ਆ ਜੀ, ਆਪਣੇ ਪਿੰਡਾਂ 'ਚ ਗਰੀਬ ਲੋਕ ਬੈਠੇ ਆ, ਪੰਚਾਇਤੀ ਪਿੰਡ ਦੀ ਜਿਹੜੀ ਜ਼ਮੀਨ 'ਚ ਬੈਠੇ ਹੁੰਦੇ, ਕੱਚਾ ਪੱਕਾ ਆਇਆ ਹੁੰਦਾ, ਉਹਨਾਂ ਨੂੰ ਨਹੀਂ ਛੇੜਿਆ ਜਾ ਰਿਹਾ। ਰਸੂਖਦਾਰ ਉਹੀ ਜਿਹੜੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਪਿਛਲੇ ਸਾਲ ਆ ਜਿਹੜੀ 9,000 ਏਕੜ ਛਡਵਾਈ ਆ, ਤੇ ਉਹਨਾਂ ਤੋਂ ਹੀ ਛਡਵਾਈ ਆ ਜਿਹੜੇ ਪਰ ਸੱਤਾ ਦੀ ਦੁਰਵਰਤੋਂ ਕਰਕੇ। ਠੀਕ ਹੈ, ਤੁਸੀਂ ਸਿੱਧਾ ਸੁਖਵਿਲਾ ਦਾ ਨਾਮ ਨਹੀਂ ਲੈਣਾ ਚਾਹ ਰਹੇ, ਜਿੰਨਾ ਮੈਂ ਸਮਝ ਰਿਹਾ। ਕੰਗ ਸਾਹਿਬ, ਤੁਸੀਂ ਸਿੱਧਾ ਸੁਖਵਿਲਾ ਦਾ ਨਾਮ ਨਹੀਂ ਲੈਣਾ ਚਾਹ ਰਹੇ, ਜਾਂ ਤਾਂ ਦੱਸ ਦਿਓ ਲੋਕਾਂ ਨੂੰ ਕਿ ਕੋਈ ਸੁਖਵਿਲਾ ਨੂੰ ਲੈ ਕੇ ਕੋਈ ਫਾਈਲ, ਕੋਈ ਏਕੜ ਜ਼ਮੀਨ, ਕੁਝ ਅੱਜ ਤੱਕ ਹੱਥ ਲੱਗਿਆ ਕਿ ਹਾਂ ਸੁਖਵਿਲਾ ਵਾਲੇ ਪਾਸੇ ਨਜ਼ਰ ਜਾ ਰਹੀ ਹੋਵੇ। ਮੰਤਰੀ ਸਾਹਿਬ ਦੀ ਸਟੇਟਮੈਂਟ ਬਹੁਤ ਤਿੱਖੀ ਔਰ ਸਿੱਧੀ ਸੀ। ਸੁਖਵਿਲਾ ਹੀ ਇਕੱਲਾ ਨਹੀਂਗਾ, ਸ਼ਿਵਾਲਿਕ ਦੀਆਂ ਪਹਾੜੀਆਂ 'ਚ ਹੋਰ ਬਹੁਤ ਸਾਰੇ ਵੀ ਇਲੀਗਲ ਆਕੂਪੇਸ਼ਨ ਹੈਗੇ ਆ, ਸਾਰਿਆਂ ਦੀ ਆਉਣਾ। ਲੇਕਿਨ ਦੇਖੋ, ਟਾਈਮ ਤੋਂ ਪਹਿਲਾਂ ਕੋਈ ਗੱਲ ਨਹੀਂ ਕਹਿਣੀ ਚਾਹੀਦੀ ਲੇਕਿਨ ਇੱਕ ਗੱਲ ਮੈਂ ਸਪਸ਼ਟ ਕਰਦਾ, ਪੰਜਾਬ ਸਰਕਾਰ ਹਰੇਕ ਇਲੀਗਲ ਆਕੂਪੇਸ਼ਨ ਜਿਹੜੀ ਸਰਕਾਰੀ ਜ਼ਮੀਨ ਹੈ, ਫੋਰੈਸਟ ਲੈਂਡ ਹੈ, ਪੰਚਾਇਤੀ ਜ਼ਮੀਨ ਹੈ, ਉਹਨਾਂ ਨੂੰ ਇਹ ਛਡਾਉਣ ਦੀ ਕੰਪੇਨ ਅਗਲੇ 5 ਸਾਲ ਚੱਲਦੀ ਰਹਿਣੀ।